ਸੰਖੇਪ ਤਰੀਕੇ ਦੇ ਨਾਲ ਲਿਖਤ ਰੂਪ ਦੇ ਵਿੱਚ ਅਮਲ ਜਿਹੜੇ ਆਪਾਂ ਵਿਚਾਰ ਪੇਸ਼ ਕੀਤੇ। ਹੁਣ ਸਾਡੇ ਸਾਹਮਣੇ ਪੰਜਾਬੀ ਗਜ਼ਲ ਦੇ ਪੁਖਤਾ ਹਸਤਾਖਰ ਜਿਹੜੇ ਉਸਤਾਦ ਗਜ਼ਲ ਦੇ ਤੌਰ 'ਤੇ ਜਾਣੇ ਜਾਂਦੇ ਨੇ, ਜਿਨ੍ਹਾਂ ਨੂੰ ਹਰ ਪੇਪਰ, ਹਰ ਅਖਬਾਰ, ਥਾਂ ਬੰਦਾ ਸੁਲੱਖਣ ਸਰਹੱਦੀ ਜੀ, ਜਿਨ੍ਹਾਂ ਨੇ ਗਜ਼ਲ ਨੂੰ ਲੋਕ ਦਿਲਾਂ ਦੇ ਨਾਲ, ਲੋਕ ਸਰੋਕਾਰਾਂ ਦੇ ਨਾਲ, ਇਨਕਲਾਬੀ ਵਿਚਾਰਾਂ ਦੇ ਨਾਲ ਜੋੜ ਕੇ ਸਾਡੇ ਪੇਸ਼ ਕੀਤਾ। ਪਿਛਲੇ ਸਮੇਂ ਤੋਂ ਇੱਕ ਲਹਿਰ ਰੂਪ ਦੇ ਵਿੱਚ ਅੱਗੇ ਲੈ ਕੇ ਆ ਰਹੇ ਨੇ ਸੁਲੱਖਣ ਸਰਹੱਦੀ ਜੀ, ਉਹ ਆਪਣੇ ਵਿਚਾਰ ਪੇਸ਼ ਕਰਨਗੇ। ਇਲਾਕੇ ਭਰ ਦੇ ਬਲਕਿ ਪੰਜਾਬ ਭਰ ਦੇ ਵਿਦਵਾਨਾਂ ਨੂੰ ਜੈ ਸਾਹਿਬ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਧੰਨਵਾਦ ਜੋ ਤੁਸੀਂ ਇੱਥੇ ਮੈਨੂੰ ਬੁਲਾਇਆ, ਜੋ ਕੀਤਾ ਸਾਰਿਆਂ ਨੂੰ। ਮੈਂ ਮਾਨ ਜੀ ਨੂੰ ਦੱਸਦਾ ਕਿ ਮੈਂ 10 ਮਿੰਟ ਤੋਂ ਵਾਸਤੇ ਬੋਲਦਾ ਤੇ ਗੱਲ ਕਹਿਣੀ ਹੈ ਤੋ ਅੱਜ ਮੈਂ ਪਹਿਲਾਂ ਸਭ ਤੋਂ ਪਵਨ ਹਰਚੰਦਪੁਰੀ ਜੀ ਦਾ ਬਹੁਤ ਬਹੁਤ ਸਿਫਤ ਕਰਨਾ ਕਿ ਜਦੋਂ ਤੱਕ ਅਸੀਂ ਦੋਸਤਾਂ ਕੁਝ ਧੜਿਆਂ 'ਚ ਵੰਡੇ ਜਾਂਦੇ ਹਾਂ, ਧਰਮ ਨਾਲੋਂ ਧੜਾ ਪਿਆਰਾ ਹੋ ਜਾਂਦਾ। ਇੱਕ ਦੂਜੇ ਦੇ ਸੁਭਾਅ ਦਾ ਨਹੀਂ ਪਤਾ ਹੁੰਦੇ ਨੇ, ਕਿਹੜੇ ਸੁਭਾਅ ਦੇ ਹੋ ਰਹੇ ਨੇ, ਔਰ ਜੋ ਦੂਜੇ ਵਿੱਚ ਉਹਨਾਂ ਅੱਜ ਸਮਾਗਮ ਵਿੱਚ ਆਇਆ, ਇਹ ਬਹੁਤ ਘੱਟ ਸਮਾਗਮ ਇੱਦਾਂ ਦੇ ਹੁੰਦੇ ਆ। ਪਰ ਧੂਰੀ ਸਾਹਿਬ ਦੇ ਸਾਰੀ ਉਮਰ ਦੀ ਕਮਾਈ 'ਚ ਅੱਜ 6 ਪੇਪਰ ਪੜ੍ਹ ਦਿੱਤੇ, 6 ਦੇ ਬਹਿਸ ਵੀ ਹੋ ਸਕਦੀ ਆ। ਬਹੁਤ ਬਹੁਤ ਸ਼ਾਨਦਾਰ ਪੇਪਰ ਪੜ੍ਹੇ ਗਏ। ਡਾਕਟਰ ਕੋਚਰਾਈ, ਡਾਕਟਰ ਪਵਨ ਕੁਮਾਰ ਨੇ ਬਹੁਤ ਵਧੀਆ ਪੇਪਰ ਪੜ੍ਹਿਆ। ਪਵਨ ਕੁਮਾਰ ਦੇ ਨਾਮ ਤੋਂ ਬਹੁਤ ਸ਼ਾਨਦਾਰ ਪੇਪਰ ਪੜ੍ਹਿਆ। ਔਰ ਸੁਰਿੰਦਰਪਾਲ ਕੌਰ, ਸੁਰਿੰਦਰ ਸ਼ਰਮਾ ਨਾਗਰਾ, ਦੋ ਪੇਪਰ ਪੜ੍ਹੇ। ਮੈਂ ਤਾਂ ਕਹਾਂਗਾ ਜਗਜੀਤ ਸਿੰਘ ਨੂੰ ਕਿ ਤੁਹਾਡੇ ਇਲਾਕੇ ਦੇ ਬਹੁਤ ਪਿਆਰੇ ਸਰਵੋਚ ਹੈਗੇ ਆ, ਉਹਨਾਂ ਤੋਂ ਪ੍ਰਾਪਤ ਕਰਕੇ ਇਹ ਦੇਖ ਕਿ ਇਹਨਾਂ ਨੂੰ ਸ਼ੀਸ਼ੇ ਬਣਾ ਕੇ ਰੱਖਣਾ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਹੋਵੇਗਾ। ਇੱਕ ਕਿਤਾਬ 'ਤੇ 6 ਪੇਪਰ ਪੜ੍ਹੇ ਜਾਣੇ, 6 ਦੇ ਬਹਿਸ ਹੋਣੀ, ਔਰ ਕਵੀ ਦਰਬਾਰ ਦੀ ਸਾਰਿਆਂ ਦਾ ਪੁੱਛ ਕੇ ਕਹਿਣਾ ਕਿ ਕਿਹਦਾ ਕਵੀ ਦਰਬਾਰ ਆ। ਮੈਂ ਕਹਿੰਦਾ ਤੁਹਾਡੇ ਇਲਾਕੇ ਨੂੰ ਸ਼ਰਫ ਹਾਸਲ ਆ ਕਿ ਤੁਸੀਂ ਬਹੁਤ ਸ਼ਾਂਤੀ ਨਾਲ, ਔਰ ਸਾਡੇ 'ਚ ਇਹ ਵੀ ਹੈ ਕਿ ਮਾਨ ਸਾਹਿਬ ਬਹੁਤ ਵੱਡੇ ਵਿਦਵਾਨ ਨੇ ਸਾਡੇ ਵਰਲਡ ਲੈਵਲ 'ਤੇ, ਉਹਨਾਂ ਨੇ ਇੱਥੇ ਬੜਾ ਮੁਹੱਬਤ ਦਿਖਾਇਆ ਅਤੇ ਉਹਨਾਂ ਖਿਜੇ ਨਹੀਂ ਕਿ ਆਮ ਕਰਕੇ ਉਹ ਕਹਿ ਵੀ ਦਿੰਦੇ ਹੁੰਦੇ ਆ ਕਿ ਤੁਸੀਂ ਮਤਲਬ ਬੋਲੀ ਜਾਓਗੇ ਕਿ ਕੀ ਕਰੋਗੇ। ਬਹੁਤ ਖੁਸ਼ੀ ਦੀ ਗੱਲ ਆ ਕਿ ਤੁਸੀਂ ਇੱਥੇ ਸੱਦਿਆ। ਔਰ ਰਣਜੀਤ ਸਿੰਘ ਦੀ ਕਿਤਾਬ ਬਾਰੇ ਹੈ, ਮੈਨੂੰ ਤਾਂ ਇਹ ਆ ਕਿ ਗਜ਼ਲ ਜਿਹੜੀ ਆ, ਗਜ਼ਲ ਹਮੇਸ਼ਾ ਤਰੱਕੀ ਕਰਦੀ ਆ। ਪਹਿਲਾਂ ਮਰਮੂਰ ਪੜਾਇਆ ਹੋਇਆ ਪ੍ਰੋਫੈਸਰ ਵਾਦੇ ਨੇ ਵਿਰੋਧ ਕੀਤਾ, ਉਹਦੇ ਕਰਕੇ ਲੇਟ ਹੋ ਗਈ ਗਜ਼ਲ, ਬਹੁਤ ਵਿਰੋਧ ਕੀਤਾ ਕਿ ਇਹਦੇ ਨਹੀਂ ਪੰਜਾਬੀ ਪੈਰਾਂ 'ਚ ਲਿਖੀ ਨਹੀਂ ਜਾ ਸਕਦੀ, ਇਹਦੇ ਪੈਰ ਨਹੀਂ ਹੁੰਦੇ। ਮੈਂ ਕਹਿੰਦਾ ਜਿੰਨੀ ਵਧੀਆ ਕੋਟਲੇ ਦੀ ਗਜ਼ਲ ਗਾਈ ਜਾ ਸਕਦੀ ਆ, ਆਹ 4 ਫੇਰਨ 'ਚ ਇਹਦੇ ਗਾਈ ਗੁਰੂ ਨਾਨਕ ਦੇਵ ਨੇ ਇਸੇ ਬਾਣੀ ਲਿਖੀ ਆ ਸਾਰੀ, ਜਿਹੜੀ ਇਹਨਾਂ ਨੇ ਗਾਈ ਅੱਜ ਦੂਜੀ ਗਜ਼ਲ ਸਾਰਾ ਸੁਖਮਨੀ ਸਾਹਿਬ ਉਸੇ 'ਚ, ਸੁਖਮਨੀ ਸਾਹਿਬ ਉਸੇ ਪੈਰ 'ਚ ਉਹ ਨਹੀਂ ਲਿਖੀ ਜਾ ਸਕਦੀ। ਇਹ ਜਿਹੜੇ ਨਹੀਂ ਸੀ ਗਜ਼ਲ ਉਹ ਕਰਦੇ, ਚਲੋ ਅਸੀਂ ਕੱਢ ਕੇ ਉਹਨਾਂ ਲੋਕਾਂ ਨੇ ਕੀਤੀ, ਅਸੀਂ ਸਿਰਜ ਕੇ ਦੱਸੀ ਗਜ਼ਲ ਕਿ ਆਹ ਵਾ ਗਜ਼ਲ, ਇਹ ਕੋਈ ਗਜ਼ਲ ਉੱਦਾਂ ਦੀ ਨਹੀਂ ਗਜ਼ਲ। ਅਤੇ ਉਹ ਹਜ਼ਾਰਾਂ ਸੈਂਕੜੇ ਸਾਡੇ 'ਚ ਕਾਵ ਜਿਹੜੇ ਆਏ ਆ ਸਾਡੇ 'ਚ, ਉਹ ਪੰਜਾਬੀ ਦੇ ਹੋ ਕੇ ਰਹਿ ਗਏ। ਜੇ ਪੈਂਟ ਅਸੀਂ ਪਾਈ ਆ ਅਤੇ ਪੰਜਾਬੀ ਦੀ ਹੋ ਕੇ ਰਹਿ ਗਈ ਆ। ਇਹ ਦਸਤਾਰ ਸਾਡੀ ਥੋੜ੍ਹੀ ਸੀ ਮੁਸਲਮਾਨਾਂ ਦੀ, ਸਾਡੀ ਹੋ ਕੇ ਰਹਿ ਗਈ, ਉਹ ਸਿੱਖਾਂ ਦੀ ਦਸਤਾਰ ਆ। ਇਹ ਕਮੀਜ਼ ਅੰਗਰੇਜ਼ਾਂ ਦਾ ਹੀ ਸਾਡਾ ਹੋ ਕੇ ਰਹਿ ਗਿਆ, ਬਿਨਾਂ ਕਰਨ ਤੋਂ ਨਹੀਂ ਪਾਉਂਦੇ। ਇਹ ਪੰਜਾਬੀਆਂ 'ਚ ਸਿਫਤ ਆ ਕਿ ਸੈਂਕੜੇ ਸ਼ਬਦ ਆਪਣੇ ਜਜ਼ਬ ਕਰ ਲੈਂਦੇ ਆ, ਸੈਂਕੜੇ ਵਿਧਾਵਾਂ ਆਪਣੇ ਸ਼ਬਦ ਕਰ ਲੈਂਦੀਆਂ। ਇਹ ਤਬਦੀਲੀ ਕਰਦੇ ਜਾਂਦੇ ਆ। ਆ ਜਿਹੜਾ ਬੈਂਡ ਆ, ਤੁਸੀਂ ਵੇਖੋ ਬੈਂਡ ਪਹਿਲਾਂ ਬੈਂਡ ਕਾਵਿ ਰੂਪ ਹੁੰਦਾ ਸੀ, ਜਿਵੇਂ ਦੋਹਰਾ ਕਾਵਿ ਰੂਪ ਹੁੰਦਾ ਸੀ, ਦੋਹਰਾ ਜਿਹੜਾ ਕਾਵਿ ਰੂਪ ਹੁਣ ਛੰਦ ਬਣ ਗਿਆ। ਇਸ ਤਰ੍ਹਾਂ ਤਬਦੀਲੀ ਆਉਂਦੀ ਰਹਿੰਦੀ ਆ, ਔਰ ਤਬਦੀਲੀ ਨੂੰ ਵਿਦਵਾਨ ਲੋਕ ਨੋਟ ਕਰਦੇ ਆ।
ਪਵਨ ਕੁਮਾਰ ਵਰਗੇ ਨੋਟ ਕਰਦੇ ਆ ਜੋ ਤਬਦੀਲੀ ਆ ਰਹੀ ਆ। ਗਜ਼ਲ ਜੇ ਲੋਕਾਂ ਦੀ ਗੱਲ ਨਹੀਂ ਕਰਨੀ ਤਾਂ ਲਿਖਣਾ ਹੀ ਕਿਉਂ ਆ? ਫਿਰ ਗਜ਼ਲ ਨੂੰ ਇੱਥੇ ਲਿਆਉਣਾ ਕਿਉਂ? ਜੇ ਮੁਸਲ ਦੇ ਤੁਹਾਡੀ ਗੱਲ ਕੋਈ ਬੜੇ ਪੀਂਦੇ ਆ, ਉਹ ਹੈ ਜੇ ਹੈ, ਇਹਦਾ ਕੁਝ ਗੱਲਾਂ ਨੇ ਜਿਹੜੇ ਧੋਤੋਂ ਹੀ ਸਿੱਖੀਆਂ ਹੋਈਆਂ ਨੇ। ਇਹ ਹੁਸਨ ਇਸ਼ਕ ਦੀ ਗੱਲ ਤੇ ਜਾਨਵਰਾਂ ਨੂੰ ਵੀ ਆਉਂਦੀ ਆ। ਸਾਰੇ ਬੂਟ ਇਕੱਠੇ ਹੀ ਰਹਿੰਦੇ ਆ, ਉਹਨਾਂ ਨੂੰ ਕਿਹੜਾ ਨਹੀਂ ਗੱਲਾਂ ਸੁਣਾ ਕੇ ਇਕੱਠੇ ਕਰਦੇ ਆ। ਇਹ ਧੋਤੋਂ ਹੀ ਸਿੱਖੀ ਸਿਖਾਈ ਹੈ ਗੱਲ। ਗੱਲ ਤੇ ਇਹ ਆ ਕਿ ਜਿਹੜਾ ਤੁਹਾਡਾ ਹੀਰ ਤੇ ਰਾਂਝਾ ਵਾ, ਉਹਨੂੰ ਤੁਸੀਂ ਕਿੰਨਾ ਕਰ ਲਓਗੇ ਵੀ ਹੀਰ ਨੂੰ ਵਿਆਹ ਹੋਣ ਦਿਓ, ਉਹਦਾ ਵਿਆਹ ਹੋਣ ਦਿਓ, ਉਹਦੇ ਨਾਲੇ ਰਾਂਝੇ ਨਾਲ ਤੁਸੀਂ ਨਹੀਂ ਕਰ ਸਕਦੇ ਜਿੰਨਾ ਚਿਰ ਉਹ ਸਥਿਤੀ ਨਹੀਂ ਪੈਦਾ ਕਰਦੇ। ਅਸੀਂ ਕੀ ਕਹਿੰਦੇ ਆ, ਇਹ ਹੀਰ ਜਿਹੜੀ ਆ ਉਹ ਕਾਲਜਾਂ ਦੇ ਕੰਟੀਨਾਂ 'ਚ ਅੱਜ ਫਿਰ ਰਹੀ ਆ। ਰਾਂਝਾ ਜਿਹੜਾ ਉੱਥੇ ਕਾਲਜ ਵਿੱਚ ਪੜ੍ਹਦੇ ਆ, ਉਹਨਾਂ ਦੀ ਮੁਹੱਬਤ ਆ, ਉਹ ਮੱਝਾਂ ਨਹੀਂ ਚਾਰਦੇ। ਮੱਝਾਂ ਚਾਰਨ ਦਾ ਮਤਲਬ ਸਰਮਾਏਦਾਰ ਦੀ ਸੇਵਾ ਕਰਨੀ। ਔਰ ਇਹ ਜਿਹੜਾ ਸਾਡਾ ਉਹ ਪੈਦਾ ਕਰਨਾ, ਉਹ ਆਪਾਂ ਮਾਹੌਲ ਪੈਦਾ ਕਰਨਾ ਕਿ ਜਿੱਥੇ ਹੀਰਾਂ ਤੇ ਰਾਂਝੇ ਮਤਲਬ ਪਿਆਰ ਕਰ ਸਕਦਾ। ਇਹ ਕੋਈ ਦੂਜੀ ਗੱਲ ਨਹੀਂ ਹੈ, ਕਿੰਨੀ ਔਖੀ ਗੱਲ, ਕੋਈ ਐਡਾ ਨਹੀਂ ਹੈਗਾ ਗੱਲ। ਕਹਿੰਦੀ ਕਿ ਜੇ ਨੌਜਵਾਨ ਬੱਚੇ ਜਿਹੜੇ ਆ ਬੋਲਦੇ ਆਪਸ ਵਿੱਚ, ਸਾਨੂੰ ਕੋਈ ਗੱਲ ਨਹੀਂ, ਜੇ ਕੁੜੀਆਂ ਆਪਣੀਆਂ ਜੇ ਜੀਣਾ ਪਾਉਂਦੀਆਂ ਤੇ ਸਾਨੂੰ ਕੀ ਤਰ੍ਹਾਂ ਦਾ ਅਸੀਂ ਅਫਗਾਨੀ ਥੋੜ੍ਹੇ ਆ। ਤਾਂ ਇਹ ਸਾਨੂੰ ਨੋਟ ਕਰਨਾ ਚਾਹੀਦਾ। ਜ਼ਮਾਨੇ ਬਦਲਦੇ ਨਾਲ ਅਸੀਂ ਜੇ ਬਦਲਦੇ ਨਹੀਂ ਤੇ ਸਾਡਿਆਂ ਕੋਈ ਗੱਲਾਂ ਨਾਲ ਇੱਥੇ ਖਤਮ ਹੋ ਜਾਣੀਆਂ। ਤਾਂ ਮੈਨੂੰ ਖੁਸ਼ੀ ਆ ਕਿ ਮੇਰੇ ਕੋਲ ਮੇਰਾ ਸ਼ਾਗਿਰਦ ਜਿਹੜਾ ਰਣਜੀਤ ਧੂਰੀ ਮੇਰੇ ਕੋਲ ਮੈਨੂੰ ਮਿਲ ਗਿਆ। ਕਈ ਵਾਰੀ ਤੁਸੀਂ ਬੂਟੇ ਬੀਜਣ ਜਾਓ ਨਾ, ਤੇ ਉਹ ਜਿਹੜਾ ਮਾਲੀ ਆ ਉਹ ਕਹਿੰਦਾ ਕਿ ਆਹ ਲਓ, ਜੇ ਪਹਿਲੇ ਨਾਲ ਨਿੰਬੂ ਨਾਲ ਲੱਗਾ, ਪਹਿਲੇ ਲੱਗਾ, ਆਹ ਸੰਤਰਾ ਨਾਲ ਲੱਗਾ, ਆਹ ਚੀਕੂ ਲੈਣਾ ਤੇ ਚੀਕੂ ਕਿਉਂ ਨਾਲ ਲੱਗੇ ਤੂੰ। ਉਹ ਚੀਕੂ ਵਾਲਾ ਮੈਨੂੰ ਇਹ ਬੰਦਾ ਜਿਹੜਾ ਰਣਜੀਤ ਸਿੰਘ ਧੂਰੀ ਆ, ਕਿ ਚੀਕੂ ਲੱਗੇ ਵਾਲਾ ਹੀ ਮਿਲਿਆ। ਇਹਨਾਂ ਨੇ ਤਖਤ ਸਿੰਘ ਕੋਲੋਂ ਵੀ ਸਲਾਹ ਲਈ ਆ, ਦਰਦ ਕੋਲੋਂ ਵੀ, ਦੁਨੀਆ ਕੋਲੋਂ, ਕਈਆਂ ਕੋਲੋਂ ਸਲਾਹ ਲਈ, ਪਰ ਇੱਕ ਖੜੋਤ ਆ ਗਈ। ਆਦਮੀ 'ਚ ਜਦੋਂ ਲਿਖਣ ਡਿਆ ਲਿਖਦਾ ਉਹਨੂੰ ਮਾਨਤਾ ਮਿਲਦੀ ਨਹੀਂ ਤਾਂ ਵਿਰੋਧ ਆ ਜਾਂਦੇ। ਤੇ ਅਧਿਆਤਮਿਕ ਜਿਹਨੇ ਪਛਾਣਿਆ ਤੇ ਉਹਨੂੰ ਕਿਹਾ ਵੀ ਤੂੰ ਸਾਡੀ ਸਭਾ 'ਚ ਲਿਆ ਆਪਣੀ ਕਿਤਾਬ। ਅੱਜ ਉਹਨੂੰ ਹੌਸਲਾ ਮਿਲਿਆ, ਉਤਸ਼ਾਹ ਮਿਲਿਆ। ਜਦੋਂ ਬੇਹਿੱਸ ਹੋ ਜਾਂਦਾ ਆਦਮੀ ਤਾਂ ਉਹ ਬੰਦ ਹੋ ਜਾਂਦਾ। ਇਹ ਵੀ ਇੱਕ ਵਾਰੀ ਮੇਰੀ ਦੇਣ ਇਹ ਆ, ਇਹਨੇ ਛੱਡਤਾ ਸੀ ਲਿਖਣਾ। ਆਹ ਦੋਵੇਂ ਕਿਤਾਬਾਂ ਨਹੀਂ ਸੀ ਆਉਣੀਆਂ ਜੇ ਮੇਰੇ ਨਾਲ ਨਾ ਸੰਪਰਕ ਹੁੰਦਾ। ਦੂਜੀ ਗੱਲ ਇਹ ਆ ਕਿ ਜਿੰਨਾ ਜੇ ਕੋਈ ਰਿਸ਼ਤਾ ਨਾ ਬਣਾਇਆ ਜਾਏ ਅਸੀਂ ਉਹਨਾਂ 'ਤੇ ਨਿਭ ਨਹੀਂ ਸਕਦੇ। ਸਾਡੇ ਘਰਾਂ ਦੇ ਵਿੱਚ ਜਵਾਨ ਧੀਆਂ ਹੁੰਦੀਆਂ, ਜਵਾਨ ਪੁੱਤ ਹੁੰਦੇ ਆ ਜੀ, ਉਹਨਾਂ ਨੂੰ ਛੱਡ ਕੇ ਦੂਰ ਚੱਲ ਜਾਂਦੇ ਆ, ਰਾਤਾਂ ਨੂੰ ਬਾਹਰ ਰਹਿ ਆਉਂਦੇ ਆ। ਇਹ ਰਿਸ਼ਤੇ ਬੜੇ ਪਵਿੱਤਰ ਹੁੰਦੇ ਆ, ਰਿਸ਼ਤੇ ਬਣਾਉਣੇ ਪੈਂਦੇ ਆ। ਧੀਆਂ ਦੇ ਰਿਸ਼ਤੇ, ਪਿਓਾਂ ਦੇ ਰਿਸ਼ਤੇ, ਸਾਰੇ ਰਿਸ਼ਤੇ ਜਿਹੜੇ ਆ ਇਹ ਉਹ ਤੇ ਕਹਿੰਦੇ ਹੁੰਦੇ ਛੱਤ ਟੁੱਟ ਜਾਂਦੀ ਹੈ, ਥੱਲੇ ਮੁੰਡਾ ਕੋਈ ਨਹੀਂ ਸੋਣੇ ਚਾਹੀਦੇ। ਉਹਨਾਂ ਦਾ ਕੋਈ ਮਤਲਬ ਸੀ ਸਾਡੇ ਵੱਡਿਆਂ ਦਾ। ਤਾਂ ਇਹ ਅੱਜ ਰਣਜੀਤ ਸਿੰਘ ਧੂਰੀ ਦੀ ਜਿਹੜੀ ਕਿਤਾਬ ਆਈ ਆ, ਮੈਨੂੰ ਬਹੁਤ ਖੁਸ਼ੀ ਆ ਕਿ ਇੱਕ ਨਵੇਂ ਸੰਦਰਭ 'ਚ ਆਈ ਆ। ਐਸਾ ਹੀ ਨਹੀਂ ਕਿ ਵਿਰੋਧ ਦੀ ਕਵਿਤਾ ਲਿਖੀ ਜਾਣੀ ਹੈ। ਵਿਰੋਧ ਦੀ ਕਵਿਤਾ ਬਹੁਤ ਸੌਖੀ ਹੁੰਦੀ ਆ। ਤੈਨੂੰ ਮਾਰ ਦਿਆਂਗੇ, ਉਹ ਤੈਨੂੰ ਸੁੱਟ ਦਿਆਂਗੇ, ਹੁਣ ਤੈਨੂੰ ਮੂਰਤੀ ਇੱਦਾਂ ਕਰਾਂਗੇ, ਉੱਦਾਂ ਕਰਾਂਗੇ, ਤੇਰੀ ਲੱਕ ਖਿੱਚ ਲਾਂਗੇ। ਇਹ ਵਿਰੋਧ ਦੀ ਕਵਿਤਾ। ਪਰ ਵਿਰੋਧ ਕਿਸੇ ਤਰੀਕੇ ਵਿੱਚ ਕੀਤਾ ਜਾਵੇ ਤਾਂ ਫਿਰ ਉਹ ਵਿਰੋਧ ਹੁੰਦਾ, ਵਰਨਾ ਉਹ ਜਿਹੜਾ ਲੱਗਾ ਹੁੰਦਾ ਜੱਟ ਦੇ ਨਾਲ ਸੀਰੀ, ਉਹਦੀਆਂ ਗਾਲਾਂ ਹੀ ਹੋ ਕੇ ਰਹਿ ਜਾਂਦਾ। ਉਹ ਨਹੀਂ ਕੁਛ ਵੀ, ਕੋਈ ਨਹੀਂ ਸੁਣਦਾ, ਉਹਨਾਂ ਦੇ ਸ਼ਰਾਬੀ ਹੋਇਆ ਹੋਣਾ, ਐਵੇਂ ਮਾਰਦਾ ਗੱਲਾਂ। ਤੋਂ ਮੈਂ ਹੀਰਾ ਸਵਾਮੀ ਦੀ ਵੀ ਸਿਫਤ ਕਰਨੀ ਆ ਕਿ ਹੀਰਾ ਸਵਾਮੀ ਨੇ ਮੇਰਾ ਵੀ ਇੱਕ ਗੀਤ ਗਾਇਆ ਜਿਹੜਾ ਲੱਖਾਂ ਨੇ ਸੁਣਿਆ, ਸੂਰਤਾ ਵੇ ਸੂਰਤਾ ਕਾਹਦੀ ਤੇਰੀ ਊਰਜਾ, ਉੱਚਿਆਂ ਚੰਬਾਰਿਆਂ ਨੇ ਢਾਲੀ ਧੁੱਪ ਨੀਵੇਂ ਜਿਹੜੀ। ਅਤੇ ਇਹ ਗੀਤ ਆ ਇਹਨੇ ਗਾਇਆ ਹੋਇਆ ਜਿਹੜਾ ਕਿ ਉਹਨਾਂ ਨੂੰ ਕਰ ਦਿੱਤੇ ਸੂਰਤਾ ਵੇ ਸੂਰਤਾ ਕਾਹਦੀ ਤੇਰੀ ਊਰਜਾ। ਇਹ ਇਹਨੇ ਗਾਇਆ ਤਾਂ ਲੱਖਾਂ ਲੋਕਾਂ ਨੂੰ ਗੀਤ ਗਿਆ। ਅੱਜ ਇਹ ਗੱਲਾਂ ਗਾ ਰਿਹਾ। ਮੇਰੇ ਖਿਆਲ ਤੁਹਾਡੇ ਇਲਾਕੇ 'ਚ ਕੋਈ ਕਮੀ ਨਹੀਂ ਹੈ। ਉਹ ਕਹਿੰਦੇ ਕਿ ਜ਼ਮੀਨ ਬੰਜਰ ਨਹੀਂ ਹੁੰਦੀ ਕਦੇ, ਸਾਨੂੰ ਹੋਣਾ ਹੀ ਨਹੀਂ ਆਉਂਦਾ ਜ਼ਮੀਨ ਨੂੰ, ਅਸੀਂ ਵਾਹ ਨਹੀਂ ਸਕਦੇ। ਇਸੇ ਇਲਾਕੇ ਦੇ ਵਿੱਚ ਅੱਜ ਜਿਹੜੇ 6 ਪੇਪਰ ਪੜ੍ਹੇ ਆ ਨਵੇਂ ਤੋਂ ਨਵੇਂ ਨੇ। ਇਹ ਤੁਹਾਡੇ ਕੋਲ ਪ੍ਰਤਿਭਾ ਹੈ ਵਾ, ਭਾਲਣ ਦੀ ਲੋੜ ਆ। ਤਾਂ ਤੁਸੀਂ ਬਹੁਤ ਵੱਡਾ ਕੰਮ ਕਰ ਰਹੇ ਹੋ। ਮੈਂ ਬਹੁਤਾ ਜ਼ਿਆਦਾ ਟਾਈਮ ਨਹੀਂ ਲੈਣਾ, ਕਈਆਂ ਨੇ ਦੂਰ ਵੀ ਜਾਣਾ ਹੋਣਾ। ਤਾਂ ਮੈਂ ਤੁਹਾਨੂੰ ਮੈਂ 2 ਰਸਮਾਂ ਦਾ ਇੱਕ ਤਾਂ ਇਹ ਆ ਕਿ ਮੈਂ ਰਣਜੀਤ ਧੂਰੀ ਨੂੰ ਇੱਕ ਦਸਤਾਰ ਦੇ ਕੇ ਉਹਨੂੰ ਉਸਤਾਦ ਬਣਾ ਦੇਣਾ।
ਕਿ ਤੁਹਾਡੇ ਇਲਾਕੇ ਦਾ ਕੋਈ ਵੀ ਨਵਾਂ ਗਜ਼ਲਕਾਰ ਆ ਉਹ ਸਾਡੀ ਭਾਲ ਨਾ ਕਰੇ, ਰਣਜੀਤ ਕੋਲ ਆਵੇ, ਜਾਣ ਕੇ ਉਹ ਇਹਦੇ ਕੋਲੋਂ ਸਿੱਖਣ ਦੀ ਗੱਲ ਕਰੇ, ਕਿਉਂਕਿ ਇਹਦੇ ਕੋਲ ਵਿਸ਼ੇ ਦੀ ਗੱਲ ਨਹੀਂ, ਸਿਰਫ ਵਿਸ਼ੇ ਦੀ ਗੱਲ ਨਹੀਂ ਹੈ, ਇਹਦੇ ਕੋਲ ਰੂਪ ਪੱਖ ਬਹੁਤ ਤਗੜਾ ਵਾ। ਉਹ ਸਾਰਿਆਂ ਤੋਂ ਸਲਾਹਿਆ, 6 ਬੰਦਿਆਂ ਨੇ ਪੇਪਰ ਪੜ੍ਹੇ, 6 ਨੇ ਸਲਾਹਿਆ, ਅਤੇ ਫਿਰ ਉਹਨੂੰ ਪ੍ਰਮੋਟ ਕਰ ਦੇਣਾ ਚਾਹੀਦਾ। ਜੇ ਬੁੱਢੇ ਬਾਰੇ ਲੈਸ ਬਣਾਉਂਦੀ ਹੈ ਤਾਂ ਉਹਦੇ ਸਰਕਾਰੀ ਨੂੰ ਪ੍ਰਮੋਟ ਕਰਨਾ ਚਾਹੀਦਾ। ਔਰ ਮੈਂ ਕੁਛ ਇਲਾਕਿਆਂ ਦੇ ਵਿੱਚ ਜਿਵੇਂ ਜੰਮੂ ਕਸ਼ਮੀਰ 'ਚ ਇੱਧਰ ਉੱਧਰ ਜਿਹੜੇ ਕੰਮ ਕਰ ਰਹੇ ਆ ਔਰ ਜਿਹੜੇ ਸਮਝਾ ਸਕਦੇ ਆ, ਕਿਉਂਕਿ ਗਜ਼ਲ ਜਿਹੜੀ ਆ ਇਹ ਕਵਿਤਾ ਨਹੀਂ ਹੈ। ਗਜ਼ਲ ਦਾ ਬਹਿਰ ਹੁੰਦਾ, ਇਹਦੀ ਤਕਨੀਕ ਹੁੰਦੀ ਆ, ਇਹ ਮੰਨ ਲੈਣਾ ਚਾਹੀਦਾ। ਜਿਹੜੇ ਅਜੇ ਵੀ ਜਿੱਦ ਕਰ ਰਹੇ ਆ ਕਿ ਕੋਈ ਝਾਟੀ ਬਹਿਰ ਬਣਾ ਲੈਂਦਾ, ਝੱਟ ਨਹੀਂ ਬਣਦਾ। ਕੋਈ ਅਸੂਲ ਨੇ, ਇਹ ਅਸੂਲ ਦੇ ਤਹਿਤ ਹੀ ਗਜ਼ਲ ਲਿਖੀ ਜਾ ਸਕਦੀ ਆ, ਅਸੂਲ ਦੇ ਤਹਿਤ ਲਿਖੀ ਹੋਈ ਗਜ਼ਲ ਹੀ ਨੋਟ ਕਰਦੇ ਆ। ਤਾਂ ਮੈਂ ਉਹਨਾਂ ਨੂੰ ਦਸਤਾਰ ਦੇ ਕੇ ਤਾਂ ਮੈਂ ਉਹਨਾਂ ਨੂੰ ਉਸਤਾਦ ਬਣਾਉਣਾ ਚਾਹਾਂਗਾ। ਤਾਂ ਦੂਜਾ ਹੈ ਕਿ ਤੁਹਾਡੇ ਇਲਾਕੇ 'ਚ ਇੱਕ ਹੋਰ ਵੀ ਉਸਤਾਦ ਉੱਭਰ ਰਿਹਾ, ਮਾਲਵਿੰਦਰ ਸ਼ਾਇਰ, ਉਹਨੇ ਵੀ ਜਿਹੜੀਆਂ ਜੋ ਕੰਮ ਕੀਤਾ ਉਹ ਦੂਜਿਆਂ ਨਾਲੋਂ ਅਲੱਗ ਆ। ਆਉਂਦੇ ਸਮੇਂ 'ਚ ਅਸੀਂ ਪਾਉਣ ਜਿਹਨੂੰ ਕਹਾਂਗੇ ਉਹਦੀ ਪਛਾਣ ਕਰੇ, ਮੈਂ ਤਾਂ ਕਰ ਲਈ ਆ, ਮੈਂ ਕੀਤੀ ਆ। ਅੱਜ ਜਿਹੜੀਆਂ ਰੁਪਈਆਂ ਸਾਨੂੰ ਪਤਾ ਹੀ ਨਹੀਂ ਬਹਿਰਾਂ ਦਾ, ਕਿ 24 ਬਹਿਰ ਹੁੰਦੇ ਆ, ਕਿਹੜੇ ਬਰਾਦਨ ਹੁੰਦੇ ਆ। ਆਪਣਾ ਇਤਿਹਾਸ ਯਾਦ ਕਰਨਾ ਚਾਹੀਦਾ, ਰੱਖਣਾ ਚਾਹੀਦਾ ਨਾਲ ਦਾ। ਉਹਨੇ ਉਹ ਜਿਹੜੀਆਂ ਦੀਆਂ ਰੁਪਈਆਂ ਉਹ ਪੁਰਾਣੇ ਪਹਿਰਾਂ 'ਚ ਲਿਖੀਆਂ, ਤੇ ਅੱਜ ਉਹ ਵੀ ਮੈਨੂੰ ਕੋਈ ਰਿਸ਼ਤਾ ਬਣਾਉਣਾ ਚਾਹੁੰਦਾ ਕਿ ਮੈਂ ਜੇ ਉਹਨੂੰ ਟੋਕ ਲਵਾਂ ਤਾਂ ਮੇਰੀ ਗੱਲ ਮੰਨ ਜੇ, ਆ ਬਈ ਤੂੰ ਇੱਦਾਂ ਨਹੀਂ ਕਰਨਾ, ਤੇ ਨਾ ਉਹ ਕਹਿ ਕਿ ਜੀ ਮੈਂ ਨਹੀਂ ਇੱਦਾਂ ਕਰਨਾ। ਮੈਂ ਇਸ ਤਰ੍ਹਾਂ ਮੈਂ ਜੇ ਕੋਈ ਇਹੋ ਜਿਹੀ ਗੱਲ ਕਰਨੀ ਉਹ ਵੀ ਕਰਾਂ। ਦੂਜੀ ਗੱਲ ਇੱਕ ਨਿੱਕੀ ਜਿਹੀ ਹੋ ਗਿਆ ਕਿ ਯੂਨੀਵਰਸਿਟੀ ਦੇ ਵਿੱਚ ਅਸੀਂ ਜਿਹੜਾ ਅਰੂਜ ਦਾ ਗਿਆਨ ਸੀ ਉਹਨੂੰ ਮੁਸਲਮਾਨ ਸਮਝਦੇ ਹਾਂ, ਉਹ ਮੁਸਲਮਾਨ, ਅਸੀਂ ਉਹਨੂੰ ਲਾਗੇ ਨਹੀਂ ਆਉਣਾ। ਔਰ ਮੈਂ ਪਾਕਿਸਤਾਨ 'ਚ ਬੜੀ ਵਾਰੀ ਗਿਆ, ਉਹ ਸਾਡੇ ਗਿਆਨ ਨੂੰ ਪਾਵਰ ਸਮਝਦੇ ਆ, ਪਿੰਗਲ ਨੂੰ। ਤਾਂ ਮੈਂ ਯੂਨੀਵਰਸਿਟੀ ਦੇ ਵਿੱਚ ਗਿਆ ਭਾਈ ਇਹ ਨਾਂ ਦੇ ਜਦੋਂ ਕੋਈ ਗਿਆਨ ਆਉਂਦਾ ਤਾਂ ਉਹਨੂੰ ਵੰਡਿਆ ਨਹੀਂ ਜਾ ਸਕਦਾ। ਜੇ ਇੱਕ ਤਕੀਏ ਦੇ ਵਿੱਚ ਇੱਕ ਮੁਸਲਮਾਨ ਜਨਾਨੀ ਆ ਜਾਂਦੀ ਹੈ ਦੀਪ, ਤਾਂ ਇੱਕ ਹਿੰਦੂ ਜਗਾ ਜਾਂਦੀ ਹੈ, ਤੁਸੀਂ ਉਹਨੂੰ ਸਿੱਧਾ ਵੰਡ ਲਓ ਕਿ ਲੋਕ ਵੰਡ ਸਕਦੇ ਹੋ। ਜਦੋਂ ਦੋ ਗਿਆਨ ਸਾਡੇ ਦੋ ਦਰਿਆ ਮਿਲ ਜਾਂਦੇ ਆ, ਸੰਗਮ ਤੋਂ ਬਾਅਦ ਉਹਨਾਂ ਦੇ ਪਾਣੀ ਨਹੀਂ ਵੰਡੇ ਜਾ ਸਕਦੇ, ਪਾਣੀ ਨਹੀਂ ਵੰਡੇ ਜਾ ਸਕਦੇ। ਇਸ ਕਰਕੇ ਇਹ ਗਿਆਨ ਨਾ ਕਾਫਰ ਆ ਨਾ ਮੁਸਲਮਾਨ ਆ, ਨਾ ਹਿੰਦੂ ਆ ਨਾ ਮੁਸਲਮਾਨ। ਔਰ ਮੈਂ ਉਹਨਾਂ ਨੂੰ ਦੱਸਿਆ ਕਿ ਜਿਹੜਾ ਜ਼ਫ਼ਰਨਾਮਾ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਦੇ ਪੈਰ 'ਚ ਆ, ਮੈਂ ਗੁਰੂ ਗੋਬਿੰਦ ਸਿੰਘ ਦੇ ਕੰਮ ਕਰਕੇ ਦਿਖਾਉਣਾ ਚਾਹੀਦਾ, ਗੱਪਾਂ ਨਾਲ ਨਹੀਂ ਘੁਮਾਉਂਦਾ। ਮੈਂ ਉਹਨਾਂ ਨੂੰ ਕਿਹਾ ਕਿ ਇਹਦੇ ਵਿੱਚ ਹੀ ਆ ਗੁਰੂ ਗੋਬਿੰਦ ਸਿੰਘ ਦੇ ਸਾਰੇ ਛੰਦ, ਸਾਰੇ ਬਹਿਰ ਮੈਂ ਕੱਢ ਕੇ ਦਿਖਾਏ। ਕਿ ਤੁਸੀਂ ਤੇ ਇਹੋ ਕਹੀ ਜਾਂਦੇ ਹੋ ਵੱਡੇ ਵੱਡੇ ਵਿਦਵਾਨ, ਇਹ ਰੱਬ ਵੱਲੋਂ ਆਈ ਪਾਣੀ ਤੇ ਗੁਰੂ ਗੋਬਿੰਦ ਸਿੰਘ ਦੀ ਧੋਤੀ ਪਾਣੀ ਆਈ ਬਤਾਈ। ਉਹ ਮੈਂ ਕਿਹਾ ਧੋਤੀ ਨਹੀਂ ਆਈ, ਉਹਨਾਂ ਮਿਹਨਤ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸ਼ਬਦਾਵਲੀ ਦਿੱਤੀ, ਸ਼ਬਦਾਵਲੀ ਐਸੀ ਦਿੱਤੀ ਜਿਹੜੀ ਅਰੂਜ ਨਾਲੋਂ ਵਧੀਆ ਸੀ। ਔਰ ਸਾਡੇ ਵਿਦਵਾਨ ਐਡੇ ਲੇਜ਼ੀ ਆ ਯੂਨੀਵਰਸਿਟੀ ਵਿੱਚ ਬੈਠੇ ਵੀ ਉਹਨਾਂ ਕੰਮ ਹੀ ਨਹੀਂ ਕਰਦਾ। ਇਹ ਪਹਿਲੀ ਕਿਤਾਬ ਆ ਜਿਹੜੀ ਭਾਰਤ ਦੇ ਕਿਸੇ ਵੀ ਯੂਨੀਵਰਸਿਟੀ 'ਚ, ਪਾਕਿਸਤਾਨ ਦੀ ਕਿਸੇ ਵੀ ਯੂਨੀਵਰਸਿਟੀ 'ਚ ਇਹ ਛਾਪੀ ਗਈ ਔਰ ਇਹਦੇ ਵਿੱਚ ਪਿੰਗਲ ਦੇ ਅਰੂਜ ਨੂੰ ਇਕੱਠਿਆ ਕੀਤਾ ਗਿਆ। ਇਹ ਕਿਤਾਬ ਇੱਕ ਲਾਸਾਨੀ ਕਿਤਾਬ ਆ। ਜੇ ਤੁਸੀਂ ਚਾਹੋ ਤਾਂ ਮੈਂ ਸਿਰਫ 2 ਕਿਤਾਬਾਂ ਲਿਆ ਕੇ ਚੁੱਕੀਆਂ ਨਹੀਂ ਜਾਂਦੀਆਂ ਬਹੁਤੀਆਂ, ਇਹ ਤੁਸੀਂ ਲੈ ਸਕਦੇ ਹੋ। ਔਰ ਇਹ ਨਵੇਂ ਤਰੀਕੇ ਨਾਲ ਲਿਖੀ ਹੋਈ ਆ, ਹਰ ਚੀਜ਼ ਸੰਸਕ੍ਰਿਤ ਵੱਲੋਂ ਆਈ ਕਵਿਤਾ, ਅਰਬ ਵੱਲੋਂ ਆਈ ਕਵਿਤਾ ਜਾਂ ਉਰਦੂ ਵੱਲੋਂ ਆਈ ਕਵਿਤਾ, ਇਹਦੇ ਵਿੱਚ ਸਾਰੀ ਦਰਜ ਆ। ਮੈਂ ਕੰਮ ਕੀਤਾ ਇਹ ਕਰਕੇ ਦੱਸ ਰਿਹਾ, ਜੇ ਤੁਸੀਂ ਯੂਨੀਵਰਸਿਟੀ ਜੋ ਲੈਣਾ ਚਾਹੋ ਪੰਜਾਬੀ ਯੂਨੀਵਰਸਿਟੀ ਉੱਥੋਂ ਮਿਲ ਸਕਦੀ ਹੈ। ਤਾਂ ਮੈਂ ਇਹ ਦਸਤਾਰ ਦੇ ਕੇ ਪੂਰੀ ਜੀ ਨੂੰ ਮੈਂ ਚਾਹਾਂਗਾ ਕਿ ਤੁਸੀਂ ਵੀ ਉਹਨੂੰ ਉਸਤਾਦ ਦੇ ਦਿਓ, ਮੇਰੇ ਵਾਸਤੇ ਤਾਂ ਉਸਤਾਦ
ਅੰਦਰੇ ਸਾਹ ਚ ਮੌਨ ਸਾਡਾ ਇਹਨਾਂ ਦੇ ਕੰਮ ਇਹਨਾਂ ਸੀ ਬਾਰੇ ਮੈਂ ਇੱਕ ਮਿੰਟ ਦੀ ਹੋਣੀ ਉਹ ਮਿੰਟ ਮੇਰਾ ਪਿੰਡ ਬੜੀ ਦੂਰ ਆ ਨਾ ਉਹ ਬੜੀ ਜ਼ਿਆਦਾ ਇਹਦੇ ਕੋਈ ਜ਼ਿਆਦਾ ਨਹੀਂ ਮੈਂ ਸ਼ੇਰ ਸੁਣਾਉਣੇ ਆ ਚਾਰ ਕਿ ਗਜ਼ਲ ਦਾ ਦੇਣਾ ਵੀ ਪੈਂਦਾ ਫੌਜ 'ਚ ਥੋੜ੍ਹਾ ਜਿਹਾ ਮੈਂ ਰਿਹਾ ਫੌਜ 'ਚ ਤੇ ਸਾਡੇ ਉਸਤਾਦ ਜਦੋਂ ਕਹਿੰਦੇ ਆ ਪੁੱਠੀ ਬਾਜੀ ਪਾ ਕੇ ਜਾਂ ਕੰਨ ਚੜ੍ਹ ਕੇ ਦਿਖਾ ਫੌਜੀਆਂ ਨੂੰ ਪਤਾ ਹੁੰਦਾ ਉਹ ਜਿਹੜੇ ਉਸਤਾਦ ਹੁੰਦੇ ਪਹਿਲਾਂ ਆਪ ਟੱਪਦੇ ਜਾਂ ਜੇ ਪੁੱਠੀ ਬਾਜੀ ਪਾਉਣੀ ਆ ਮੋਰਚਾ ਟੱਪਣਾ ਤਾਂ ਪਹਿਲਾਂ ਆਪ ਟੱਪ ਕੇ ਦਿਖਾਉਂਦੇ ਹੁੰਦੇ ਸੀ ਉਹੀ ਸਾਡੀ ਗੱਲ ਆ ਮੈਂ ਕਹਿੰਦਾ ਇੱਦਾਂ ਦੀ ਗਜ਼ਲ ਲਿਖੋ ਉੱਦਾਂ ਦੀ ਗਜ਼ਲ ਲਿਖੋ ਤੇ ਲਿਖ ਕੇ ਵੀ ਦਿਖਾ ਬਈ ਤੇ ਤੁਹਾਨੂੰ ਮੈਂ ਸ਼ੇਰ ਥੋੜ੍ਹੇ ਸੁਣਾਉਣਾ ਕਿ ਨਿਊਯਾਰਕ ਸੋਨੇ ਦੇ ਡਾਲਰ ਉੱਥੇ ਕਾਰਾਂ ਵਿਕਣ ਗਈਆਂ ਸਸਤੇ ਟਕਿਆਂ ਵਾਲੇ ਬਦਲੇ ਤਾਂ ਤਲਵਾਰਾਂ ਵਿਕਣ ਗਈਆਂ ਸਸਤੇ ਟਕਿਆਂ ਵਾਲੇ ਬਦਲੇ ਤਾਂ ਤਲਵਾਰਾਂ ਵਿਕਣ ਗਈਆਂ ਤੋਂ ਪਾਟੀਆਂ ਨੇ ਸਲਵਾਰਾਂ ਜਿੱਥੇ ਉੱਥੇ ਫੁਲਕੇ ਵਿਕਦੇ ਹਨ ਤੋਂ ਸੁੱਚੇ ਸਿਲਕ ਦੀ ਮੰਡੀ ਵਿੱਚ ਨੰਗੀਆਂ ਮੁਟਿਆਰਾਂ ਵਿਕਣ ਗਈਆਂ ਜਿਵੇਂ ਸਾਡੇ ਮੇਲੇ ਲੱਗਦੇ ਆ ਤਸ਼ੀਰ ਦੇਖਣਾ ਵਾਵਾ ਕਰਦਾ ਕਰੋ ਯਾਰ ਤੁਸੀਂ ਇੰਨੇ ਸਮੂਹ ਨਹੀਂ ਬਣੀਦਾ ਇੰਨੇ ਸਮੂਹ ਨਹੀਂ ਬਣੀਦਾ ਵਾਹ ਕਰ ਤੋ ਇੱਕ ਸ਼ੇਰ ਸੁਣਨਾ ਮੁੱਸੀ ਕੁੱਲੀ ਮਾਰੀ ਸਬਜ਼ੀ ਤਾਂ ਕੁੱਤੇ ਵੀ ਨਹੀਂ ਖਾਂਦੇ ਮੁੱਸੀ ਕੁੱਲੀ ਮਾਰੀ ਸਬਜ਼ੀ ਤਾਂ ਕੁੱਤੇ ਵੀ ਨਹੀਂ ਖਾਂਦੇ ਹੁਣ ਦਾ ਤੜਕਾ ਲੱਗੇਗਾ ਤਾਂ ਹੀ ਅਖਬਾਰਾਂ ਵਿਕਣਗੀਆਂ ਤੋ ਚਾਂਦਨੀ ਚੌਕ ਦੇ ਮੁਗਲ ਵਪਾਰੀ ਅੱਜ ਕੱਲ ਸੀਸ ਨਹੀਂ ਮੰਗਦੇ ਹੁਣ ਦਸਤਾਰਾਂ ਦੀ ਹੈ ਮਹਿਮਾ ਹੁਣ ਦਸਤਾਰਾਂ ਵਿਕਣਗੀਆਂ ਸ਼ੇਰ ਦੇਖਣਾ ਲੇਬਰ ਚੌਂਕਾਂ 'ਚ ਮਜ਼ਦੂਰ ਵਿਕਦੇ ਆ ਕਿਉਂਕਿ ਜੇ ਉਹ ਕੰਮ ਨਹੀਂ ਕਰਦੇ ਇਹਦੇ ਤਾਂ ਨਾਲ ਹੋਰ ਚੀਜ਼ਾਂ ਵੀ ਦਿੰਦੇ ਆ ਲੇਬਰ ਚੌਂਕਾਂ ਵਿੱਚ ਇਕੱਲੇ ਹੁਣ ਮਜ਼ਦੂਰ ਨਹੀਂ ਵਿਕਣੇ ਮਜ਼ਦੂਰਾਂ ਸੰਗ ਛਾਂਟੇ ਫਿਟਕਾਂ ਉੱਚਾਂ ਕਾਰਾਂ ਵਿਕਣਗੀਆਂ ਇਹਨੂੰ ਤੋੜਨਾ ਕਿੱਦਾਂ ਲੇਬਰ ਚੌਕਾਂ ਵਿੱਚ ਇਕੱਲੇ ਹੁਣ ਮਜ਼ਦੂਰ ਨਹੀਂ ਵਿਕਣੇ ਮਜ਼ਦੂਰਾਂ ਸੰਗ ਛਾਂਟੇ ਫਿਟਕਾਂ ਉੱਚਾਂ ਆਰਾਂ ਵਿਕਣਗੀਆਂ ਇੱਕ ਸ਼ੇਰ ਦੇਖੋ ਮੱਝਾਂ ਦਾ ਹੀ ਦੁੱਧ ਪੀਵਣਗੇ ਮਾਵਾਂ ਦਾ ਹੀ ਦੁੱਧ ਪੀਵਣਗੇ ਬਾਲ ਮਹੱਲਾਂ ਵਾਲੇ ਵੀ ਕਿਤੇ ਫਿਕਰ ਵਿਗੜ ਜਾਂਦੀ ਆ ਪਿਆਰ ਦੀਆਂ ਨਹੀਂ ਤੋ ਮਾਵਾਂ ਦਾ ਹੀ ਦੁੱਧ ਪੀਵਣਗੇ ਬਾਲ ਮਹੱਲਾਂ ਵਾਲੇ ਵੀ ਮੱਝਾਂ ਗਾਵਾਂ ਵਾਂਗ ਹੀ ਮਾਵਾਂ ਦੀਆਂ ਧਾਰਾਂ ਵਿਕਣਗੀਆਂ ਮੈਂ ਕਰੀ ਜੋ ਕਹਿੰਦੀ ਬੀਬੀ ਕਹਿੰਦੀ ਵਿਕਦੀਆਂ ਨੇ ਵਿਕਦੀਆਂ ਤੁਸੀਂ ਦਲੇਰ ਹੋ ਕੇ ਸ਼ੇਰ ਪੜ੍ਹੋ ਤੋ ਇੱਕ ਮਾਨਯੋਗ ਸ਼ੇਰ ਮੈਂ ਕਹਿਣਾ ਤੁਹਾਡੇ ਨਾਲ ਦੇ ਕਿ ਇੱਕ ਕਰਕੇ ਫੁੱਲ ਵੇਚਣ ਦੀ ਛੱਡ ਮਜਬੂਰੀ ਭਾਰਤ ਦੇਸ਼ ਆ ਗਿਆ ਹੈ ਅਮਰੀਕਾ ਤੇਰੀਆਂ ਸਭ ਤੋਂ ਜ਼ਿਆਦਾ ਗੱਡੀ ਵੀ ਨਾਲ ਜਹਾਜ਼ ਵੀ ਵਿਕ ਜੂ ਲਾਲ ਕਿਲਾ ਵੀ ਵਿਕ ਜੂ ਸਾਰਾ ਧਰਤੀ ਵੀ ਜ਼ਮੀਨ ਵੀ ਵੇਚ ਲੈ ਵਿਚੜੀ ਇੱਕ ਕਰਕੇ ਫੁੱਲ ਵੇਚਣ ਦੀ ਛੱਡ ਮਜਬੂਰੀ ਭਾਰਤ ਦੇਸ਼ ਆ ਗਿਆ ਹੈ ਅਮਰੀਕਾ ਤੇਰੀਆਂ ਸਭ ਤੋਂ ਜ਼ਿਆਦਾ ਵਿਕਣਗੀਆਂ ਉੱਥੇ ਬਾਈਡਨ ਨੇ ਇੱਕ ਵਾਰੀ ਨਾਮ ਨਹੀਂ ਲਿਆ ਹੋ ਗਿਆ ਇੱਕ ਵਾਰੀ ਨਹੀਂ ਕਿਹਾ ਕਿ ਕਿਸਾਨਾਂ ਦਾ ਵੀ ਮਸਲਾ ਹੱਲ ਕਰਦੇ 11 ਮਹੀਨੇ ਤੋਂ ਬੈਠੇ 700 ਬੰਦਾ ਮਰ ਗਿਆ ਤੇ ਬਾਈਡਨ ਕਾਹਦਾ ਬਾਈਡਨ ਹੈ ਉਹ ਇੱਕ ਸ਼ੇਰ ਦੇਖਿਓ ਕਿ ਆਖਰੀ ਆਵਨ ਪਤਾ ਚੱਲ ਜਾਣਾ ਕਿ ਬਸਤਿਆਂ ਚੋਂ ਜੇ ਮਰਿਆਦਾ ਨੂੰ ਇਦਾਂ ਹੀ ਬਰਬਾਦ ਰਿਹਾ ਕੋਈ ਆਜਟ ਕਰਨ ਤੋਂ ਪੈਂਦਾ ਕੋਈ ਸਿਰਫ ਆਂਦਾ ਮੈਂ ਇਹਨੂੰ ਇੰਜੀਨੀਅਰ ਹੀ ਬਣਾਉਣਾ ਕੋਈ ਵੱਡਾ ਮਰਿਆਦਾ ਦੀ ਪੜ੍ਹਾਈ ਹਿੰਦੁਸਤਾਨ ਚੋਂ ਮੁੱਕ ਗਈ ਆ
ਤੇ ਮੈਂ ਕਿਹਾ ਕਿ ਬਸਤਿਆਂ ਚੋਂ ਜੇ ਮਰਿਆਦਾ ਨੂੰ ਇਦਾਂ ਹੀ ਬਰਬਾਦ ਰਿਹਾ, ਵੋਟਾਂ ਦਾ ਕੀ, ਵੋਟਾਂ ਸੰਗ ਬੜੀਆਂ ਸਰਕਾਰਾਂ ਵਿਗੜੀਆਂ। ਵੋਟਾਂ ਦਾ ਕੀ, ਵੋਟਾਂ ਸੰਗ ਬੜੀਆਂ ਸਰਕਾਰਾਂ ਵਿਗੜੀਆਂ। ਤੋ ਜਿਉ ਯਾਰ ਸੋਨੇ ਦੇ ਡਾਲਰ, ਉੱਥੇ ਕਾਰਾਂ ਵਿਗੜ ਗਈਆਂ। ਸਸਤੇ ਟਕਿਆਂ ਵਾਲੇ ਵਤਨੀ ਤਾਂ ਤਲਵਾਰਾਂ